ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਠੀਕ ਹੈ ਜੀ, ਅੱਜ ਜੋ ਹੈ ਅਸੀਂ MCQ ਸੀਰੀਜ਼ ਦੇ ਵਿੱਚ ਕਰਾਂਗੇ ਹੈਲੋਲਕੇਨ ਤੇ ਹੈਲੋਰੀਨਸ ਦੇ, ਬਿਕੋਜ਼ ਉਹ ਜੋ ਹੈ ਯੂਨਿਟ ਕੰਪਲੀਟ ਹੋ ਚੁੱਕਿਆ ਮੇਰੇ ਚੈਨਲ ਤੇ। ਠੀਕ ਹੈ, ਜਿਸਨੇ ਵੀ ਉਹਦੀ ਥਿਊਰੀ ਪਾਰਟ ਨੂੰ ਨਹੀਂ ਦੇਖਿਆ ਪਹਿਲਾਂ ਉਹ ਜਾ ਕੇ ਦੇਖ ਸਕਦਾ ਪਲੇਲਿਸਟ ਦੇ ਵਿੱਚ, ਅਦਰਵਾਈਜ਼ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਉਹਦਾ ਲਿੰਕ ਪਾ ਦਾਂਗੀ, ਤੁਸੀਂ ਦੇਖ ਲਿਓ। ਠੀਕ ਹੈ, ਤੇ ਅੱਜ ਹੁਣ ਅਸੀਂ MCQ ਸਟਾਰਟ ਕਰਦੇ ਹਾਂ ਉਹੀ ਚੈਪਟਰ ਦੇ। ਸੋ ਲੈਟ ਅਸ ਸਟਾਰਟ ਦਾ ਟੌਪਿਕ। ਸੋ ਦੈਟ ਇਜ਼ ਪ੍ਰੈਪਰੇਸ਼ਨ। ਸਾਡਾ ਟੌਪਿਕ ਰਹੂਗਾ ਅੱਜ ਦਾ, ਦੈਟ ਇਜ਼ ਪ੍ਰੈਪਰੇਸ਼ਨ ਆਫ ਹੈਲੋਜਨ ਕੰਟੇਨਿੰਗ ਕੰਪਾਊਂਡ। ਇਹਦੇ ਬੇਸ ਤੇ MCQ ਜਿਹੜੇ ਨੇ ਲੈ ਕੇ ਆਈਆਂ ਮੈਂ। ਸੋ ਕਰਦੇ ਹਾਂ ਨੂੰ ਡਿਸਕਸ ਜੀ। ਫਸਟ ਕੁਐਸਚਨ, ਦ ਫੋਲੋਇੰਗ ਰਿਐਕਸ਼ਨ ਇਜ਼ ਨੋਨ ਐਜ਼। ਦੇਖੋ ਰਿਐਕਸ਼ਨ ਦਿੱਤੀ ਗਈ ਹੈ ਇਹਨਾਂ ਨੇ ਪੁੱਛਿਆ ਹੈ ਕਿ ਜੋ ਇਹ ਰਿਐਕਸ਼ਨ ਹੈ ਇਸ ਰਿਐਕਸ਼ਨ ਦਾ ਨਾਮ ਦੱਸੋ। ਸੋ ਦਿਸ ਰਿਐਕਸ਼ਨ ਇਜ਼ ਕਾਲਡ, ਇਹ ਕਿਹੜੀ ਰਿਐਕਸ਼ਨ ਲੱਗ ਰਹੀ ਹੈ ਤੁਹਾਨੂੰ? C2H5OH ਪਲਸ SOCl2 ਪਿਰੀਡੀਨ ਦੀ ਪ੍ਰੈਜ਼ੈਂਸ ਦੇ ਵਿੱਚ ਹੈ, ਐਂਡ C2H5Cl ਪਲਸ SO2 ਪਲਸ HCl। ਇਹ ਕਿਹੜੀ ਰਿਐਕਸ਼ਨ? ਦੇਖੋ ਇੱਥੇ ਬਣ ਕੀ ਰਿਹਾ, ਹੈਲੋਅਲਕੇਨ ਦੀ ਪ੍ਰੈਪਰੇਸ਼ਨ ਹੋ ਰਹੀ ਹੈ, ਕਿਹਦੀ ਪ੍ਰੈਜ਼ੈਂਸ ਦੇ ਵਿੱਚ ਹੋ ਰਹੀ ਹੈ? SOCl2। ਸੋ ਇਸ ਰਿਐਕਸ਼ਨ ਦਾ ਨਾਮ ਹੈ, ਠੀਕ ਹੈ, ਦਿਸ ਰਿਐਕਸ਼ਨ ਇਜ਼ ਨੋਨ ਐਜ਼ ਡਾਰਜ਼ਨ ਰਿਐਕਸ਼ਨ। ਡਾਰਜ਼ਨ ਪ੍ਰੋਸੀਜਰ ਕਹਿ ਦੋ ਚਾਹੇ, ਠੀਕ ਹੈ ਨਾ, ਇੰਪॉर्टेंट ਰਿਐਕਸ਼ਨ ਹੈ। ਨੈਕਸਟ ਕੁਐਸਚਨ ਹੈਗਾ ਦਾ ਵਟ ਇਜ਼ ਦ ਮੇਨ ਪ੍ਰੋਡਕਟ ਆਫ ਦ ਰਿਐਕਸ਼ਨ ਬਿਟਵੀਨ 2 ਮਿਥਾਈਲ ਪ੍ਰੋਪੀਨ ਵਿਦ HBr। ਦੇਖੋ ਇਹ ਕੁਐਸਚਨ ਜਿਹੜਾ ਹੈ ਜਿਸ ਨੂੰ ਤੁਸੀਂ ਕਹਿ ਰਹੇ ਆ ਕਿ ਇਹ ਮੇਨ ਪ੍ਰੋਡਕਟ ਪੁੱਛ ਰਿਹਾ ਹੈ ਕਿ 2 ਮਿਥਾਈਲ ਪ੍ਰੋਪੀਨ ਦਾ HBr ਨਾਲ ਕੀ ਹੋਏਗਾ। ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਸਾਨੂੰ ਕਿ 2 ਮਿਥਾਈਲ ਪ੍ਰੋਪੀਨ ਦਾ ਫਾਰਮੂਲਾ ਕੀ ਹੁੰਦਾ ਹੈ। ਨੋਟ ਡਾਊਨ ਕਰ ਲਓ, ਦੈਟ ਇਜ਼ CH3, ਇੱਥੇ ਆ ਗਿਆ CH, ਇਹ ਆ ਜਾਊਗਾ ਇੱਥੇ CH3 ਡਬਲ ਬੌਂਡ CH2। ਠੀਕ ਹੈ ਜੀ, ਇਹਦੇ ਵਿੱਚ ਐਡ ਕਰਨਾ ਤੁਸੀਂ HBr। ਕਿਹੜਾ ਰੂਲ ਲੱਗੂਗਾ? ਮਾਰਕੋਨਿਵ ਰੂਲ। ਮਾਰਕੋਨਿਵ ਰੂਲ ਦੇ ਅਕੋਰਡਿੰਗ ਕੀ ਹੁੰਦਾ ਕਿ ਜਿੱਥੇ ਲੈਸਰ ਨੰਬਰ ਆਫ ਹਾਈਡਰੋਜਨ ਹੁੰਦੇ ਨੇ, ਇਸ ਕਾਰਬਨ ਦੇ ਕੋਲੇ ਲੈਸਰ ਨੰਬਰ ਆਫ ਹਾਈਡਰੋਜਨ ਨੇ, ਤਾਂ ਜੋ HBr ਹੈ ਇਹਦੇ ਨਾਲ ਆ ਕੇ ਅਟੈਚ ਹੋ ਜਾਏਗਾ। ਠੀਕ ਹੈ ਜੀ, ਤੇ ਜੋ ਜਿਸ ਦੇ ਕੋਲੇ ਜ਼ਿਆਦਾ ਅਮਾਊਂਟ ਦੇ ਵਿੱਚ ਹਾਈਡਰੋਜਨ ਹੁੰਦੇ ਨੇ ਉਹਦੇ ਨਾਲ ਇਹ ਵਾਲਾ ਹਾਈਡਰੋਜਨ ਜਾ ਕੇ ਅਟੈਚ ਹੋ ਜਾਏਗਾ। ਸੋ ਇਹਦੇ ਵਿੱਚ ਜਿਹੜਾ ਮੇਨ ਪ੍ਰੋਡਕਟ ਬਣੂਗਾ, ਮੈਂ ਪ੍ਰੋਡਕਟ ਲਿਖ ਦਿੰਨੀ ਆ, ਦੈਟ ਪ੍ਰੋਡਕਟ ਇਜ਼ CH3C, ਉੱਪਰ ਆ ਜਾਊਗਾ Br, इधर आ जाऊगा दैट इज CH3, नीचे आ जाऊगा दैट इज CH3। सो ये नंबरिंग कर लो, नंबरिंग अकॉर्डिंग की आ जाऊगा दैट इज 1 2 3। ओके, सो दिस इज 2 ब्रोमो 2 मिथाइल प्रोपेन की प्रोडक्ट बन रहा है 2 ब्रोमो 2 मिथाइल प्रोपेन। सो द करैक्ट आंसर की ना आ जाऊगा दैट इज 2 ब्रोमो 2 मिथाइल प्रोपेन। सो नैक्सट हैगा साडे कोल कि हैलोजिनेशन ऑफ अल्केन्स इज। अगर असी एल्केन्स की हैलोजीनेशन करते हैं तो वो किहड़ा प्रोसैस मन्निया जाता है? और हैलोजीनेशन ऑफ अल्केन्स का प्रोसैस मन्निया जाता है थर्ड द B, दैट इज एन ऑक्सीडेटिव प्रोसैस। किहड़ा प्रोसैस मन्निया जाता है? ऑक्सीडेटिव प्रोसैस। ठीक है जी, नंबर ऑफ क्वेश्चन जोड़े ने ये करीब, ठीक है, 40 के करीब MCQ रहणगे प्रैपरेशन के। अगर तुसी ये 40 क्वेश्चन पूरे बेस्ट तरीके नाल कर लैंदे हो, सफिशिएंट ने जी प्रैपरेशन दे विच। ओके, सो देखो प्रीवियस ईयर क्वेश्चनस किसी ना किसी एग्जाम के आए हुए हैं, सो हाईली इंपॉर्टेंट बन जाते हैं। ठीक है जी, इन्हों की प्रैक्टिस कर लो, सफिशिएंट ने, तुसीं इन्हों जरूर रिवाइज करके जोड़ा है जाना है। फोर्थ क्वेश्चन देखो, दैट इज़ तुहानूं रिएक्टेंट दिता होया एंड हीट किया तो कहते प्रोडक्ट की बनेगा। रिएक्टेंट देख लो कि किदां दा हैगा, तो ये की बनिया साडे कोले, की बनूगा इहदे विच? फोर्थ का जोड़ा करैक्ट आंसर है दैट इज़ फ्लोरोबेंजीन। ये रिएक्शन मैं थोड़ा थ्योरी दे विच करवाई हुई है, बिल्कुल सेम रिएक्शन है। तुसीं इत्थों अंदाजा ला सकते हो कि ये जोड़ा है हैलोअल्केन नहीं सॉरी हैलोअरीन जो है इत्थे प्रिपेयर होएगा। मैथड ऑफ प्रैपरेशन चल रहा है तो ऑबवियसली की प्रिपेयर होएगा? दैट इज़ फ्लोरोबेंजीन। नैक्सट क्वेश्चन देखो, सिल्वर एसीटेट प्लस Br2 इन द प्रेजेंस ऑफ CS2 द मेन प्रोडक्ट इन दिस रिएक्शन इज़। फिफ्थ ਦੇ ਵਿੱਚ ਕਿਹੜਾ ਰਿਐਕਸ਼ਨ ਜਿਹੜੀ ਹੈ ਪੋਸੀਬਲ ਹੋਏਗੀ? ਦੈਟ ਇਜ਼ ਦੇਖੋ ਸਿਲਵਰ ਐਸੀਟੇਟ। ਕੀ ਫਾਰਮੂਲਾ ਹੁੰਦਾ ਸਿਲਵਰ ਐਸੀਟੇਟ ਦਾ? CH3COOAg। ਠੀਕ ਹੈ ਜੀ, ਦਿਸ ਇਜ਼ ਸਿਲਵਰ ਐਸੀਟੇਟ प्लस ये की ऐड किया Br2, ठीक है, इन दी प्रेजेंस ऑफ CS2, तो प्रोडक्ट बनेगा दैट इज CH3 दे नाल की लग जाएगा, एक Br लग जाएगा, CH3Br। ओके, सो ये सानू किते दिखाई दे रहा बिल्कुल, देखो फर्स्ट ऑप्शन जी हैगी है ये करैक्ट आंसर जोड़ा रहूगा। एडिशनल प्रोडक्ट्स इतने रिक्वायरमेंट नहीं है, तुसी मेन प्रोडक्ट देखना है। नैक्सट क्वेश्चन देखो, डाइजोनियम साल्स प्लस
Cu2Cl2 copper 2 Cl2 प्लस, ठीक है ना, प्लस की इत्थे HCl पाया होया दैट इज इक्वल टू ਇਹ ਕੀ ਦੇਗਾ ਸਾਨੂੰ। ਸੋ ਇਹਦਾ ਜਿਹੜਾ ਮੇਨ ਜਿਹੜੀ ਹੈਗੀ ਦਿਸ ਰਿਐਕਸ਼ਨ ਇਜ਼ ਨੋਨ ਐਜ਼, ਇਸ ਰਿਐਕਸ਼ਨ ਨੂੰ ਜਿੱਥੇ ਦੇਖੋ Cu2Cl2 ਹੋਏਗਾ ਨਾ, ਇੱਥੋਂ ਤੁਸੀਂ ਮੇਨ ਅੰਦਾਜ਼ਾ ਲਾ ਲੈਣਾ ਵੀ ਇਹ ਜਿਹੜੀ ਰਿਐਕਸ਼ਨ ਹੁੰਦੀ ਹੈ ਸੈਂਡਮੇਅਰ ਰਿਐਕਸ਼ਨ ਦਾ ਰੀਏਜੈਂਟ ਹੈ, ਠੀਕ ਹੈ ਨਾ। ਜੋ ਕਾਪਰ ਕਲੋਰਾਈਡ ਜਿਹੜਾ ਹੈ ਇਹ ਕਿਹਦਾ ਰੀਏਜੈਂਟ ਹੈ, ਸੈਂਡਮੇਅਰ ਦਾ, ਠੀਕ ਹੈ ਜੀ। ਇਹ ਤੁਸੀਂ ਇਹਦਾ ਆਨਸਰ ਆ ਜਾਊਗਾ ਸੈਂਡਮੇਅਰ ਰਿਐਕਸ਼ਨ ਇਹਨੂੰ ਕਿਹਾ ਜਾਂਦਾ ਹੈ। ਇਹ ਮੈਂ ਕਰਵਾਈ ਸੀ ਥਿਊਰੀ ਦੇ ਵਿੱਚ ਤੁਹਾਨੂੰ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। 7th ਕੁਐਸਚਨ ਦੇਖੋ, ਵੈਨ ਇਥਾਈਲ ਅਲਕੋਹਲ, ਠੀਕ ਹੈ, C2H5OH ਰਿਐਕਟਸ ਵਿਦ ਥਾਇਓਨਾਈਲ ਕਲੋਰਾਈਡ, ਠੀਕ ਹੈ, ਇਨ ਦੀ ਪ੍ਰੈਜ਼ੈਂਸ ਆਫ ਪਿਰੀਡੀਨ ਦ ਪ੍ਰੋਡਕਟ ਆਬਟੇਨਡ ਇਜ਼। ਦੇਖੋ ਜੇਕਰ ਤੁਸੀਂ ਮੈਥਡ ਆਫ ਪ੍ਰੈਪਰੇਸ਼ਨ ਚੰਗੀ ਤਰ੍ਹਾਂ ਕਰਕੇ ਜਾਂਦੇ ਹੋ, ਚੰਗੀ ਤਰ੍ਹਾਂ ਪੜ੍ਹ ਕੇ ਜਾਂਦੇ ਹੋ, ਉਹਦੇ ਬੇਸ ਤੇ ਹੀ ਜਿਹੜਾ ਕੁਐਸਚਨ ਬਣਦੇ ਨੇ। ਓਕੇ, ਸੋ ਉਹਨਾਂ ਨੂੰ ਚੰਗੀ ਤਰ੍ਹਾਂ ਕਰੋ, ਕਿੱਦਾਂ ਵੀ ਕੁਐਸਚਨ ਬਣ ਸਕਦੇ ਨੇ। ਹੁਣ ਇਹ 'ਚ ਦੇਖੋ ਇਥਾਈਲ, ਇਹਨੂੰ ਕਿਹਦੇ ਨਾਲ ਰਿਐਕਟ ਕਰਾ ਰਹੇ ਨੇ, C2H5OH ਪਲਸ SOCl2 ਇਨ ਦੀ ਪ੍ਰੈਜ਼ੈਂਸ ਆਫ ਪਿਰੀਡੀਨ, ਓਕੇ ਪਿਰੀਡੀਨ। ਤੇ ਇਹਦੇ ਵਿੱਚ ਕੀ ਮੇਨ ਪ੍ਰੋਡਕਟ ਕੀ ਬਣੇਗਾ, ਦੈਟ ਇਜ਼, ਇਹ ਵੀ ਪ੍ਰੀਵੀਅਸ ਕੁਐਸਚਨ ਵਾਂਗੂ ਹੀ ਹੈ, C2H5 ਦੇ ਨਾਲ ਕੀ ਲੱਗ ਜੂਗਾ, Cl, ਵੈਰੀ ਸਿੰਪਲ, ਠੀਕ ਹੈ। ਸੋ ਇਹਦੇ ਵਿੱਚ ਮੇਨ ਪ੍ਰੋਡਕਟ ਕੀ ਬਣ ਜਾਏਗਾ, ਤੁਸੀਂ ਦੇਖ ਸਕਦੇ ਹੋ। ਇਹਦਾ ਕਰੈਕਟ ਆਨਸਰ ਜਿਹੜਾ ਰਹੂਗਾ ਦੈਟ ਇਜ਼ 7 ਦਾ D। ਓਕੇ, CH3 CH2Cl ਐਡੀਸ਼ਨਲ ਪ੍ਰੋਡਕਟਸ ਨਿਕਲਦੇ ਹੁੰਦੇ ਨੇ HCl ਪਲਸ SO2। ਇਹ ਥਿਊਰੀ ਦੇ ਵਿੱਚ ਵੀ ਕਰਵਾਇਆ ਗਿਆ ਸੀ ਕੁਐਸਚਨ ਕਿ ਜੋ ਹੈ ਇਹ ਬੈਸਟ ਮੈਥਡ ਵੀ ਮੰਨਿਆ ਜਾਂਦਾ ਹੈਗਾ, ਠੀਕ ਹੈ ਨਾ। ਹੈਲੋ ਅਲਕੇਨਸ ਪ੍ਰਪੇਅਰ ਕਰਨ ਦਾ ਬੈਸਟ ਮੈਥਡ ਮੰਨਿਆ ਜਾਂਦਾ, ਕਿਉਂਕਿ ਇਹਦੇ ਵਿੱਚ ਜੋ ਹੈਲੋ ਅਲਕੇਨ ਪ੍ਰੋਡਿਊਸ ਹੁੰਦਾ ਹੈ, ਓਕੇ, ਇਹ ਪਿਓਰ ਹੁੰਦਾ ਹੈ, ਠੀਕ ਹੈ ਨਾ। ਇਸ ਕਰਕੇ ਇੱਥੇ HCl ਪਲਸ SO2 ਜਿਹੜੇ ਗੈਸਸ ਦੀ ਫਾਰਮ ਦੇ ਵਿੱਚ ਬਾਹਰ ਵੀ ਆਉਂਦੇ ਨੇ। ਨੈਕਸਟ ਕੁਐਸਚਨ ਦੇਖੋ, 8th ਕੁਐਸਚਨ ਹੈ, ਦੈਟ ਇਜ਼ preparation of alkyl halides in a laboratory is least preferred by। ਕਹਿੰਦੇ ਜੋ ਪ੍ਰੈਪਰੇਸ਼ਨ ਆਫ ਐਲਕਾਈਲ ਹੈਲਾਈਡ ਹੈ ਲੈਬੋਰੇਟਰੀ ਦੇ ਵਿੱਚ ਘੱਟ ਪ੍ਰੈਫਰ ਕੀਤੇ ਜਾਂਦੇ ਨੇ, ਕਿਉਂ, ਠੀਕ ਹੈ ਨਾ। ਕਿਉਂ ਘੱਟ ਪ੍ਰੈਫਰ ਕੀਤੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਨਾਲ ਕੀ ਹੋ ਜਾਂਦਾ ਹੈ, ਡਾਇਰੈਕਟ ਹੈਲੋਜੀਨੇਸ਼ਨ ਆਫ ਅਲਕੇਨਸ। ਓਕੇ, ਇਹਦਾ ਆਨਸਰ ਆ ਜਾਏਗਾ D ਇਜ਼ ਦਾ ਕਰੈਕਟ ਆਨਸਰ। ਵਿਚ ਆਫ ਦਾ ਫੋਲੋਇੰਗ ਆਰਗੈਨਿਕ ਕੰਪਾਊਂਡਸ ਵਿਲ ਗਿਵ ਅ ਮਿਕਸਚਰ ਆਫ 1 ਕਲੋਰੋਬਿਊਟੇਨ ਐਂਡ 2 ਕਲੋਰੋਬਿਊਟੇਨ ਔਨ ਕਲੋਰੀਨੇਸ਼ਨ। ਇਹਦੇ ਵਿੱਚੋਂ ਕਿਹੜਾ ਹੈ ਜੋ ਸਾਨੂੰ ਮਿਕਸਚਰ ਦੇਗਾ 1 ਕਲੋਰੋਬਿਊਟੇਨ ਦਾ ਵੀ ਤੇ 2 ਕਲੋਰੋਬਿਊਟੇਨ ਦਾ ਵੀ ਔਨ ਦਾ ਕਲੋਰੀਨੇਸ਼ਨ। ਇਹਦਾ ਕਰੈਕਟ ਆਨਸਰ ਆਏਗਾ ਦੈਟ ਇਜ਼ 9th ਦਾ B ਇਜ਼ ਦਾ ਕਰੈਕਟ ਆਨਸਰ। ਨੈਕਸਟ ਦੇਖੋ, ਦ chlorobenzene is generally obtained from a corresponding diazonium salt by reacting it with। 10th ਦਾ ਆਨਸਰ ਆਏਗਾ ਦੈਟ ਇਜ਼ ਕਾਪਰ ਕਲੋਰਾਈਡ। ਓਕੇ, ਕਲੋਰੋਬੈਂਜ਼ੀਨ ਜੋ ਹੈ ਅਸੀਂ obtain ਕਰ ਸਕਦੇ ਹਾਂ ਕਿ ਡਾਈਜ਼ੋਨੀਅਮ ਸਾਲਟ ਤੋਂ, ਉਹੀ ਆ ਗਿਆ ਨਾ ਸੈਂਡਮੇਅਰ ਰਿਐਕਸ਼ਨ, ਉਹੀ ਮੇਨ ਇਹਦੇ ਵਿੱਚ ਦਿੱਤਾ ਹੋਇਆ। ਡਿਕਰੀਜ਼ਿੰਗ ਆਰਡਰ ਆਫ ਰਿਐਕਟੀਵਿਟੀ ਆਫ, ਤੁਹਾਨੂੰ ਰਿਐਕਸ਼ਨ ਦਿੱਤੀ ਹੋਈ ਹੈ, ਠੀਕ ਹੈ, ਰਿਐਕਸ਼ਨ ਗਿਵਨ ਹੈ, ਉਹਨਾਂ ਨੇ ਤੁਹਾਨੂੰ ਆਰਡਰ ਪੁੱਛਿਆ ਹੈਗਾ ਕਿ ਡਿਕਰੀਜ਼ਿੰਗ ਆਰਡਰ ਤੁਸੀਂ ਦੱਸਣਾ ਹੈਗਾ ਰਿਐਕਟੀਵਿਟੀ ਆਫ HX ਇਨ ਦੀ ਰਿਐਕਸ਼ਨ। ਦੇਖੋ HX ਮਤਲਬ ਸਭ ਤੋਂ ਵੱਧ ਤੁਸੀਂ ਰਿਐਕਟਿਵ ਦੱਸਣਾ, ਫਿਰ ਉਸ ਤੋਂ ਘੱਟ ਰਿਐਕਟਿਵ ਦੱਸਣਾ। ਸੋ 11th ਦਾ ਇਹ ਕਰੈਕਟ ਆਨਸਰ ਹੈ, ਸਭ ਤੋਂ ਵੱਧ ਰਿਐਕਟਿਵ ਹੁੰਦਾ ਜੀ HI, ਫਿਰ HBr, ਫਿਰ HCl, ਦੈਨ HF। ਓਕੇ, ਨੈਕਸਟ ਕੁਐਸਚਨ ਦੇਖੋ, the product of which of the following the product of the following reaction। okay, reaction ਦਿੱਤੀ ਹੋਈ ਹੈ ਸਾਨੂੰ, ਆ ਦੇਖੋ reaction given ਹੈ। ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਇਹਦਾ ਪ੍ਰੋਡਕਟ ਕੀ ਬਣੇਗਾ, ਕੀ ਪ੍ਰੋਡਕਟ ਬਣੇਗਾ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਪਹਿਲਾਂ ਸੋਚੋ ਵੀ ਕੀ ਪ੍ਰੋਡਕਟ ਬਣੇਗਾ। ਇਹ ਵੈਰੀ ਸਿੰਪਲ, ਠੀਕ ਹੈ ਨਾ, ਵੈਰੀ ਸਿੰਪਲ। ਕਿਵੇਂ, ਮਾਰਕੋਨੀਫ ਰੂਲ ਲੱਗੇਗਾ ਇਹਦੇ ਵਿੱਚ। ਡਬਲ ਬੌਂਡ ਦੇਖ ਲਓ ਤੁਸੀਂ, ਠੀਕ ਹੈ, ਡਬਲ ਬੌਂਡ ਦਿਖਾਈ ਦੇ ਰਿਹਾ ਨਾ ਤੁਹਾਨੂੰ। ਤਾਂ ਇਹਦੇ ਵਿੱਚ ਕੀ ਹੈਗਾ, ਜਿੱਥੇ ਕਹਿੰਦੇ ਜ਼ਿਆਦਾ ਅਮਾਊਂਟ ਹੁੰਦੀ ਹੈ ਹਾਈਡਰੋਜਨ ਦੀ, ਓਕੇ, ਜਿੱਥੇ ਜ਼ਿਆਦਾ ਅਮਾਊਂਟ ਹੁੰਦੀ ਹੈ ਹਾਈਡਰੋਜਨ ਦੀ, ਉੱਥੇ ਕੀ ਲੱਗ ਜਾਏਗਾ Br। ਔਰ ਜਿਹੜਾ ਇੱਥੇ ਕੀ ਆ ਜਾਏਗਾ ਦੈਟ ਇਜ਼ CH ਦੀ ਜਗ੍ਹਾ ਤੇ ਕੀ ਆ ਜਾਊਗਾ CH2। ਇੱਥੇ ਮਾਰਕੋਨੀਫ ਰੂਲ ਜਿਹੜਾ ਹੈ ਲੱਗ ਜਾਏਗਾ। ਸੋ ਇਹਦਾ ਕਰੈਕਟ ਆਨਸਰ ਜਿਹੜਾ ਰਹੂਗਾ ਦੈਟ ਇਜ਼ 12th ਦਾ B। ਨੈਕਸਟ ਕੁਐਸਚਨ ਦੇਖੋ, chlorobenzene is preferred commercially by। chlorobenzene is preferred commercially by ਕਿਹੜਾ ਪ੍ਰੋਸੈਸ ਹੈ ਜਾਂ ਕਿਹੜੀ ਰਿਐਕਸ਼ਨ ਹੈ ਜਿਸ ਦੇ ਨਾਲ ਅਸੀਂ chlorobenzene ਨੂੰ ਪ੍ਰਪੇਅਰ ਕਰ ਸਕਦੇ ਹਾਂ। 13 ਦਾ ਜਿਹੜਾ ਹੈ ਕਰੈਕਟ ਆਨਸਰ ਇਜ਼ A, ਦੈਟ ਇਜ਼ ਰਸ਼ਿੰਗਸ ਪ੍ਰੋਸੈਸ, ਰਸ਼ਿੰਗਸ ਪ੍ਰੋਸੈਸ ਓਨਲੀ, ਠੀਕ ਹੈ, ਰਸ਼ਿੰਗ ਪ੍ਰੋਸੈਸ। ਇਹਦੇ ਨਾਲ ਕੀ ਹੈਗਾ ਦੈਟ ਇਜ਼ chlorobenzene ਜਿਹੜੀ ਹੈ ਪ੍ਰਪੇਅਰ ਕੀਤੀ ਜਾਂਦੀ ਹੈ ਕਮਰਸ਼ੀਅਲੀ। ਨੈਕਸਟ ਦੇਖੋ 14 ਕੁਐਸਚਨ, ਇਨ ਮਿਥਾਈਲ ਅਲਕੋਹਲ ਸੋਲਿਊਸ਼ਨ ਬ੍ਰੋਮੀਨ ਰਿਐਕਟਸ ਵਿਦ ਇਥਾਈਲੀਨ ਟੂ ਯੀਲਡ। ਦੇਖੋ ਬ੍ਰੋਮੀਨ ਰਿਐਕਟ ਕਰਦੇ ਇਥਾਈਲੀਨ ਨਾਲ ਤੇ ਪ੍ਰੋਡਕਟ ਕੀ ਮਿਲਦਾ ਸਾਨੂੰ, ਦੈਟ ਇਜ਼
this. Okay, in addition to that is 1,2 dibromo because ਇਹਦਾ ਰੀਜ਼ਨ ਪੁੱਛਿਆ, ਸੋ 14 ਦਾ ਕਰੈਕਟ ਆਂਸਰ ਆਏਗਾ that is A. The ion formed initially may react with the Br negative or CH3OH. ਨੈਕਸਟ ਹੈ 15th ਕੁਐਸਚਨ C3 ਤੁਹਾਨੂੰ ਇੱਕ ਰਿਐਕਸ਼ਨ ਦਿੱਤੀ ਹੋਈ ਹੈ, ਇਹਨਾਂ ਨੇ ਕਿਹਾ ਕਿ is an example of which of the following types of reaction। ਤਾਂ ਇਹ ਕਿਹਦੀ ਐਗਜ਼ਾਮਪਲ ਹੈਗੀ ਹੈ, ਤੁਸੀਂ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਐਗਜ਼ਾਮਪਲ ਹੈ ਐਂਡ ਹੈਲੋ ਅਲਕੇਨ ਜਿਹੜਾ ਹੈ ਬਣ ਰਿਹਾ, ਸੋ ਇਹ ਕਿਹੜੀ ਐਗਜ਼ਾਮਪਲ ਹੈ। ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਇਹ ਰਿਐਕਸ਼ਨ ਹੈ ਇਹ ਹੁੰਦੀ ਹੈ ਜੀ ਸਬਸਟੀਟਿਊਸ਼ਨ ਰਿਐਕਸ਼ਨ। ਕਿਹੜੀ ਰਿਐਕਸ਼ਨ ਹੈ, ਦਿਸ ਇਜ਼ ਸਬਸਟੀਟਿਊਸ਼ਨ ਰਿਐਕਸ਼ਨ। ਨੈਕਸਟ ਤੁਸੀਂ ਦੇਖ ਸਕਦੇ ਹੋ 16 ਕੁਐਸਚਨ ਵਿਚ ਆਫ ਦਾ ਫੋਲੋਇੰਗ ਵੁੱਡ ਬੀ ਪ੍ਰੋਡਿਊਸਡ ਵੈਨ ਐਸੀਟਾਈਲੀਨ ਰਿਐਕਟਸ ਵਿਦ HCl। ਹੁਣ ਐਸੀਟਾਈਲੀਨ ਦਾ ਕੀ ਫਾਰਮੂਲਾ ਹੁੰਦਾ ਹੈ, ਦੈਟ ਇਜ਼ ਐਸੀਟਾਈਲੀਨ ਦਾ ਫਾਰਮੂਲਾ ਹੁੰਦਾ ਹੈ ਦਿਸ ਇਜ਼ ਫਾਰਮੂਲਾ ਫॉर ਐਸੀਟਾਈਲੀਨ। ਜਦੋਂ ਤੁਸੀਂ ਇਹਦੇ ਵਿੱਚ HCl ਐਡ ਕਰੋਗੇ ਤਾਂ ਹੋਏਗਾ ਕੀ, H ਜਿਹੜਾ ਹੈ ਓਬਵੀਅਸਲੀ ਜਦੋਂ ਜਿਹੜਾ ਟ੍ਰਿਪਲ ਬੌਂਡ ਹੈ ਇਹ ਪਹਿਲਾਂ ਡਬਲ 'ਚ ਕਨਵਰਟ ਹੋਊਗਾ, ਡਬਲ ਬੌਂਡ ਜਿਹੜਾ ਹੈਗਾ ਕਿਹਦੇ 'ਚ ਕਨਵਰਟ ਹੋ ਜਾਂਦਾ ਹੈ, ਸਿੰਗਲ ਬੌਂਡ ਦੇ ਵਿੱਚ ਹੋ ਜਾਂਦਾ ਹੈ। ਠੀਕ ਹੈ ਨਾ, ਇਹ ਤਾਂ ਦੋਨੋਂ ਹੀ ਕੈਂਸਲ ਕਰ ਦੋਗੇ ਤੁਸੀਂ ਬਿਕੋਜ਼ ਦੋਨਾਂ 'ਚ ਡਬਲ ਬੌਂਡ ਹੈ। ਓਕੇ, ਦੇਖੋ ਹੁਣ ਜਿਹੜਾ ਇਹ H ਹੈਗਾ, ਇੱਕ H ਇਹ ਇਹਦੇ ਨਾਲ ਲੱਗ ਜੂਗਾ, ਠੀਕ ਹੈ ਨਾ, ਦੂਸਰਾ Cl ਇਹਦੇ ਨਾਲ ਲੱਗ ਜੂਗਾ, ਇੱਕ ਵਾਰੀ ਹੋਰ HCl ਐਡ ਕਰੋਗੇ ਅਗੇਨ H ਇਹਦੇ ਨਾਲ ਲੱਗ ਜੂਗਾ, Cl ਜਿਹੜਾ ਹੈ ਉਹਦੇ ਨਾਲ ਲੱਗ ਜੂਗਾ। ਸੋ ਦੈਟ ਮੀਨ ਇਹਦੇ ਵਿੱਚ ਵੀ ਕੀ ਲੱਗ ਰਿਹਾ ਹੈ, ਮਾਰਕੋਨਿਵ ਜਿਹੜਾ ਰੂਲ ਹੈ ਅਸੀਂ ਲਗਾ ਸਕਦੇ ਹਾਂ, ਕਿਉਂਕਿ ਸਿਮੈਟ੍ਰੀਕਲ ਹੈ 'ਚ ਮਾਰਕੋਨਿਵ ਰੂਲ ਦੀ ਸੌਰੀ ਲੋੜ ਨਹੀਂ ਹੈਗੀ ਤੁਹਾਨੂੰ, ਉਹ ਅਨਸਿਮੈਟ੍ਰੀਕਲ ਕੇਸ ਦੇ ਵਿੱਚ ਲੱਗਦਾ ਹੈ। ਐਸੀਟਾਈਲੀਨ ਸਿਮੈਟ੍ਰੀਕਲ ਕੇਸ ਹੈ, ਸੋ ਇਹਦੇ ਵਿੱਚ ਤਾਂ ਡਾਇਰੈਕਟ ਸਿੰਪਲੀ ਜਿਹੜਾ ਹੈ ਪ੍ਰੋਡਕਟ ਬਣ ਕੇ ਆ ਜਾਏਗਾ। 16 ਦਾ B ਇਜ਼ ਦਾ ਕਰੈਕਟ ਆਂਸਰ, ਸਿੰਗਲ ਬੌਂਡ, ਧਿਆਨ ਨਾਲ ਯਾਦ ਰੱਖਿਓ ਇਹਨੂੰ। ਓਕੇ, ਆਹ ਗਲਤ ਹੈ, 2H ਰਿਮੂਵ ਹੋਣਗੇ, ਠੀਕ ਹੈ ਨਾ, ਇਹ 2H ਜਿਹੜੇ ਹੈਗੇ ਨੇ ਉਹ ਰਿਮੂਵ ਹੋ ਜਾਣਗੇ। ਨੈਕਸਟ ਦੇਖੋ ROH plus HX ਜੋ ਹੈ ਦੈਟ ਇਜ਼ ਤੁਹਾਨੂੰ ਰਿਐਕਸ਼ਨ ਦਿੱਤੀ ਹੋਈ ਹੈ। ਹੁਣ ਤੁਹਾਨੂੰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਰਿਐਕਟੀਵਿਟੀ ਪੁੱਛੀ ਹੈ ਉਹਨਾਂ ਨੇ ਅਲਕੋਹਲਸ ਦੀ, ਠੀਕ ਹੈ ਨਾ, ਕਿ 3 ਡਿਗਰੀ ਅਲਕੋਹਲ ਜ਼ਿਆਦਾ ਰਿਐਕਟਿਵ ਹੁੰਦੇ ਨੇ ਜਾਂ 1 ਡਿਗਰੀ ਜ਼ਿਆਦਾ ਰਿਐਕਟਿਵ ਹੁੰਦੇ ਨੇ, ਰਿਐਕਸ਼ਨ ਦੇ ਅਕੋਰਡਿੰਗ ਪੁੱਛਿਆ ਗਿਆ ਤੁਹਾਨੂੰ। ਤਾਂ ਰਿਐਕਸ਼ਨ ਦੇ ਅਕੋਰਡਿੰਗ ਜੋ ਹੈ, ਠੀਕ ਹੈ ਨਾ, 3 ਡਿਗਰੀ ਜਿਹੜੇ ਹੁੰਦੇ ਨੇ 3 ਡਿਗਰੀ ਮੀਨਸ ਅਲਕੋਹਲ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਰਿਐਕਟਿਵ ਹੁੰਦੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਕਾਰਬੋਕੇਟਾਇਨ ਫਾਰਮ ਹੁੰਦਾ ਉਹ ਰਿਐਕਟਿਵ ਜ਼ਿਆਦਾ ਹੁੰਦਾ, ਠੀਕ ਹੈ ਨਾ। ਸੋ ਟਰਸ਼ਰੀ ਇਜ਼ ਗ੍ਰੇਟਰ ਦੈਨ ਸੈਕੰਡਰੀ ਇਜ਼ ਗ੍ਰੇਟਰ ਦੈਨ ਪ੍ਰਾਇਮਰੀ, ਸੋ 3 ਡਿਗਰੀ ਜ਼ਿਆਦਾ ਰਿਐਕਟਿਵ ਹੁੰਦੇ ਨੇ। ਨੈਕਸਟ ਜਿਹੜਾ ਕੁਐਸਚਨ ਹੈ 18 ਕੁਐਸਚਨ ਦੈਟ ਇਜ਼ ਇਕੁਅਲ ਟੂ C6H6Cl2 ਦੈਟ ਇਜ਼ UV ਲਾਈਟ ਪ੍ਰੋਡਕਟ ਇਨ ਅਬਵ ਰਿਐਕਸ਼ਨ ਪ੍ਰੋਡਕਟ ਇਜ਼। ਦੇਖੋ ਇਸ ਦੇ ਵਿੱਚ ਜੋ ਪ੍ਰੋਡਕਟ ਬਣੇਗਾ ਦੈਟ ਇਜ਼ ਇਕੁਅਲ ਟੂ C6H6Cl6, ਠੀਕ ਹੈ ਨਾ, ਇਹਦੇ ਵਿੱਚ ਪ੍ਰੋਡਕਟ ਬਣੇਗਾ। ਓਕੇ, ਬਿਕੋਜ਼ ਇਹਨੂੰ ਤੁਸੀਂ ਇਦਾਂ ਹੀ ਲਰਨ ਕਰ ਲਓ, ਜੋ Cl2 ਤੁਸੀਂ ਇਹਦਾ UV ਲਾਈਟ ਜਿਹੜਾ ਹੈ ਇਨ ਦੀ ਪ੍ਰੈਜ਼ੈਂਸ ਆਫ UV ਲਾਈਟ ਐਡ ਕਰ ਰਹੇ ਹੋ, ਇਹ Cl ਜਿਹੜਾ ਹੈ ਇਹਦੇ ਵਿੱਚ ਐਡ ਹੁੰਦਾ ਜਾਊਗਾ। ਸੋ ਜਿਹੜਾ ਇਹ ਮੇਨ ਤੁਸੀਂ ਦੇਖਦੇ ਹੋ ਪ੍ਰੋਡਕਟ, ਇਹਨੂੰ ਇੱਕ ਨਾਮ ਨਾਲ ਜਾਣਿਆ ਜਾਂਦਾ ਦੈਟ ਇਜ਼ BHC, ਇਹਨੂੰ BHC ਕਿਹਾ ਜਾਂਦਾ ਹੈ। ਜੋ ਤੁਸੀਂ ਇਹ ਦੇਖ ਰਹੇ ਹੋ ਇਹ ਬੈਂਜ਼ੀਨ ਹੈ। ਨੈਕਸਟ ਦੇਖੋ ਬੈਂਜ਼ੀਨ ਰਿਐਕਟਸ ਵਿਦ ਕਲੋਰੀਨ ਟੂ ਫਾਰਮ ਬੈਂਜ਼ੀਨ ਹੈਕਸਾਕਲੋਰਾਈਡ ਇਨ ਦੀ ਪ੍ਰੈਜ਼ੈਂਸ ਆਫ। ਦੇਖੋ ਬਿਲਕੁਲ ਜਿਹੜਾ ਹੈ ਅਬਵ ਕੁਐਸਚਨ ਹੈ ਇਹ, ਠੀਕ ਹੈ ਨਾ, 18 ਦੇ ਨਾਲ ਮੈਚਡ ਹੈ, ਕੁਐਸਚਨ ਦੀ ਫਾਰਮ ਜਿਹੜੀ ਹੈ ਚੇਂਜ ਕੀਤੀ ਹੋਈ ਹੈ। ਕਹਿੰਦੇ ਬੈਂਜ਼ੀਨ ਜਿਹੜੀ ਹੈ ਰਿਐਕਟ ਕਰਦੀ ਹੈ ਕਲੋਰੀਨ ਦੇ ਨਾਲ, ਉੱਪਰ ਵਾਲਾ ਵੀ ਕੁਐਸਚਨ ਦੇਖ ਸਕਦੇ ਹੋ, ਟੂ ਫਾਰਮ ਕੀ ਬਣਦਾ ਹੈ ਬੈਂਜ਼ੀਨ ਹੈਕਸਾਕਲੋਰਾਈਡ। ਹੁਣ ਹੀ ਦੱਸਿਆ ਸੀ ਨਾ ਕਿ BHC ਬਣਦਾ ਹੈ that is BHC, ਇਹਨਾਂ ਨੇ ਵੀ ਉਹੀ ਕਿਹਾ ਬੈਂਜ਼ੀਨ ਹੈਕਸਾਕਲੋਰਾਈਡ ਇਨ ਦੀ ਪ੍ਰੈਜ਼ੈਂਸ ਆਫ, ਉੱਪਰ ਸਾਨੂੰ ਲਾਈਟ ਪ੍ਰੈਜ਼ੈਂਸ ਦਿੱਤੀ ਹੋਈ ਸੀ, ਇੱਥੇ ਨਹੀਂ ਦਿੱਤੀ ਹੋਈ ਸੀ, ਇੱਥੇ ਆਨਸਰ ਕੀ ਆ ਜਾਏਗਾ, that is ਕਰੈਕਟ ਆਨਸਰ ਕੀ ਆ ਜਾਏਗਾ 19 ਦਾ C, that is bright sunlight। ਨੈਕਸਟ ਦੇਖੋ 20th question, the final product obtained by distilling ethyl alcohol with excess chlorine and CaOH2 is। ਇਹਦਾ ਤੁਸੀਂ ਜਿਹੜਾ ਹੈਗਾ ਆਨਸਰ ਖੁਦ ਫਾਈਂਡ ਕਰਨਾ ਹੈ ਵੀ ਇਹਦਾ ਕੀ ਆਨਸਰ ਆਏਗਾ ਤੇ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰਨਾ ਹੈ। 21 ਕੁਐਸਚਨ ਦੇਖੋ, ਵੈਨ ਇਥਾਈਲ ਅਲਕੋਹਲ ਐਂਡ KI ਰਿਐਕਟ ਇਨ ਪ੍ਰੈਜ਼ੈਂਸ ਆਫ ਦਿਸ, ਇਹ ਵੀ ਤੁਹਾਨੂੰ ਇੱਕ ਰਿਐਕਸ਼ਨ ਪੁੱਛੀ ਗਈ ਹੈ, ਯੈਲੋ ਕ੍ਰਿਸਟਲਸ ਆਫ ਡੈਸ਼ ਆਰ ਫਾਰਮਡ। ਇਹਦੇ ਵਿੱਚ ਤਾਂ ਤੁਸੀਂ ਡਾਇਰੈਕਟ ਹੀ ਲਰਨ ਕਰ ਲਓ, ਜੋ 21 ਦਾ ਇਹ ਹੈ ਨਾ, ਜੋ CH3 ਹੁੰਦਾ CH3I3 ਹੁੰਦਾ ਨਾ, ਇਹਦੇ ਯੈਲੋ ਕ੍ਰਿਸਟਲਸ, ਇਹਦੇ ਜਿਹੜੇ ਇਹ ਕ੍ਰਿਸਟਲਸ ਬਣ ਆਉਂਦਾ ਕਿੱਦਾਂ ਦੇ ਯੈਲੋ ਕਲਰ ਦੇ, ਠੀਕ ਹੈ ਨਾ। ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਕੀ ਆਉਂਦਾ ਹੈ ਤੁਸੀਂ ਯਾਦ ਰੱਖਣਾ ਹੈ, ਇਹਦੇ ਵਿੱਚ ਕੀ ਯਾਦ ਰੱਖਣਾ ਹੈ ਕਿ ਇਹ ਕੰਪਾਊਂਡ ਨੂੰ ਯਾਦ ਰੱਖ ਲਓ,
ठीक है। सो अगर एग्जाम ਦੇ ਵਿੱਚ ਆਉਂਦਾ ਕਿ CH3I3 CH3I ਓਕੇ ਇੱਦਾਂ CH2I2 ਸੋ ਲਰਨ ਕਰ ਲਓ ਕਿ ਇਹ ਕੁਐਸਚਨ ਜਿਹੜਾ ਹੈ ਕਾਫੀ ਜ਼ਿਆਦਾ ਵੈਸੇ ਵੀ ਇੰਪੋਰਟੈਂਟ ਹੈ। ਇਹਦੇ ਜਿਹੜੇ ਨੇ ਯੈਲੋ ਕ੍ਰਿਸਟਲਸ ਬਣਦੇ ਨੇ, ਕਿਸੇ ਵੀ ਫਾਰਮ 'ਚ ਕੁਐਸਚਨ ਆ ਸਕਦਾ ਹੈ ਓਕੇ। ਸੋ ਜੇਕਰ ਤੁਸੀਂ ਰਿਐਕਸ਼ਨ ਦੇਖਣਾ ਚਾਹੁੰਦੇ ਹੋ ਤਾਂ ਰਿਐਕਸ਼ਨ ਕਿੱਦਾਂ ਹੋਊਗੀ, ਦੈਟ ਇਜ਼ C2H5OH ਠੀਕ ਹੈ, ਇਨ ਦੀ ਪ੍ਰੈਜ਼ੈਂਸ ਆਫ ਕਿਹਦੀ ਕਹਿ ਰਿਹਾ KI ਠੀਕ ਹੈ ਨਾ, ਐਂਡ Na2CO3 ਸੋਡੀਅਮ ਕਾਰਬੋਨੇਟ। ਤਾਂ ਇਹਦਾ ਜਿਹੜਾ ਪ੍ਰੋਡਕਟ ਬਣੇਗਾ ਦੈਟ ਇਜ਼ CHI3 ਠੀਕ ਹੈ ਜੀ, ਇਹ ਪ੍ਰੋਡਕਟ ਬਣੇਗਾ ਔਰ ਯੈਲੋ ਕ੍ਰਿਸਟਲਸ ਹੀ ਫਾਰਮ ਕਰਦਾ ਹੈ। ਨੈਕਸਟ ਹੈਗਾ 22 ਕੁਐਸਚਨ, in preparation of CHCl3 from ethanol and bleaching powder the lattice later provides means ਇਹਦਾ ਤੁਸੀਂ ਪ੍ਰੋਡਕਟ ਦੱਸਣਾ ਕਿ ਕੀ ਬਣੇਗਾ। ਦੇਖੋ ਜੀ ਰਿਐਕਸ਼ਨ ਕਰਵਾ ਕੇ ਦੇਖਦੇ ਹਾਂ, ਦੈਟ ਇਜ਼ CaOCl2 ਇਹ ਕਿਹਦਾ ਫਾਰਮੂਲਾ ਹੁੰਦਾ ਹੈ, ਪੇਪਰ 'ਚ ਫਾਰਮੂਲਾ ਪੁੱਛਿਆ ਜਾ ਸਕਦਾ ਹੈ ਕਿ ਬਲੀਚਿੰਗ ਪਾਊਡਰ ਦਾ ਫਾਰਮੂਲਾ ਕੀ ਹੁੰਦਾ ਹੈ ਠੀਕ ਹੈ। ਸੋ ਇਹ ਫਾਰਮੂਲਾ ਹੁੰਦਾ ਹੈ ਬਲੀਚਿੰਗ ਪਾਊਡਰ ਦਾ, ਤੇ ਇਹਦੇ ਵਿੱਚ ਕੀ ਐਡ ਕਰਨਾ ਹੈ ਅਸੀਂ, ਦੈਟ ਇਜ਼ ਵਾਟਰ ਓਕੇ। ਵਾਟਰ ਤੋਂ ਬਾਅਦ ਕੀ ਹੋਏਗਾ, ਕਿਹਦੀ ਪ੍ਰੈਪਰੇਸ਼ਨ ਕਰਨੀ ਹੈ, ਦੈਟ ਇਜ਼ ਕੀ ਬਣੇਗਾ ਸੌਰੀ CaOH2 ਠੀਕ ਹੈ, ਪਲੱਸ Cl2 ਜੋ ਹੈ ਰਿਮੂਵ ਹੋਏਗਾ ਓਕੇ। ਸੋ ਇਹਦੇ ਵਿੱਚ ਆਂਸਰ ਕੀ ਆ ਜਾਊਗਾ, ਦੈਟ ਇਜ਼ 22 ਦਾ A ਜਿਹੜਾ ਹੈ ਕਰੈਕਟ ਆਂਸਰ ਰਹੇਗਾ ਓਕੇ ਜੀ। ਨੈਕਸਟ ਦੇਖੋ 23rd question, which one of the following processes does not occur during formation of CHCl3 from C2H5OH and bleaching powder। ਇਹਦੇ ਵਿੱਚ ਕੀ ਹੈ, ਕਿਹੜਾ ਪ੍ਰੋਸੈਸ ਨਹੀਂ ਅਕਰ ਹੋਏਗਾ ਜਦੋਂ ਕਹਿੰਦੇ ਅਸੀਂ ਜਦੋਂ ਕੀ ਹੈ CHCl3 ਦੀ ਫਾਰਮੇਸ਼ਨ ਕਰਨੀ ਹੈ ਕਿਹਦੇ ਤੋਂ, C2H5OH ਤੋਂ ਇਹਦੀ ਫਾਰਮੇਸ਼ਨ ਕਰਨੀ ਹੈ, ਤਾਂ ਕਿਹੜਾ ਇਹਦੇ ਵਿੱਚੋਂ ਪ੍ਰੋਸੈਸ ਨਹੀਂ ਹੋਏਗਾ। ਹਾਈਡਰੋਲਿਸਿਸ ਜੋ ਹੈ ਉਹ ਤਾਂ ਹੋਏਗਾ ਠੀਕ ਹੈ, ਹਾਈਡਰੋਲਿਸਿਸ ਹੋਏਗਾ, ਆਕਸੀਡੇਸ਼ਨ ਵੀ ਹੋਏਗਾ, ਆਕਸੀਡੇਸ਼ਨ ਵੀ ਸਾਨੂੰ ਨਜ਼ਰ ਆਏਗੀ ਓਕੇ, ਕਲੋਰੀਨੇਸ਼ਨ ਵੀ ਹੋਏਗਾ। ਉੱਪਰ ਵਾਲੀ ਹੀ ਰਿਐਕਸ਼ਨ ਹੈ, ਉਸੇ ਨੂੰ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾ, ਉੱਪਰ ਵਾਲੀ ਰਿਐਕਸ਼ਨ ਦੇ ਵਾਂਗੂ ਹੀ ਹੈ ਬਿਲਕੁਲ ਆਕਸੀਡੇਸ਼ਨ। ਬਟ 23 ਜੋ ਹੈ ਦੈਟ ਇਜ਼ ਇਹਦਾ ਆਂਸਰ ਕੀ ਆਏਗਾ C, ਦੈਟ ਇਜ਼ ਰਿਡਕਸ਼ਨ ਜਿਹੜਾ ਹੈ, ਰਿਡਕਸ਼ਨ ਪ੍ਰੋਸੈਸ ਇਹਦੇ ਵਿੱਚ ਨਹੀਂ ਹੋਏਗਾ ਕਿਉਂਕਿ ਆਕਸੀਡੇਸ਼ਨ ਪ੍ਰੋਸੈਸ ਹੋ ਰਿਹਾ ਹੈ। ਨੈਕਸਟ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ obtained when chloral is boiled with NaOH। ਕਲੋਰਲ ਜੋ ਹੁੰਦੀ ਹੈ ਉਹਨੂੰ ਜੇਕਰ ਅਸੀਂ ਮਤਲਬ ਕੀ ਕਰਦੇ ਆ, ਬੋਇਲ ਕਰਦੇ ਆ NaOH ਦੇ ਨਾਲ, ਤਾਂ ਕੀ ਫਾਰਮ ਹੁੰਦਾ ਹੈ। ਤੁਸੀਂ ਡਾਇਰੈਕਟ ਹੀ ਲਰਨ ਕਰ ਲਓ ਕਿ ਕਲੋਰਲ ਜੋ ਹੈ ਜਦੋਂ ਤੁਸੀਂ ਇਹਨੂੰ ਬੋਇਲ ਕਰੋਗੇ ਨਾ ਤਾਂ ਕਲੋਰੋਫਾਰਮ ਬਣਦੀ ਹੈ, ਕਲੋਰਲ ਤੋਂ ਕਲੋਰੋਫਾਰਮ ਠੀਕ ਹੈ ਨਾ। ਕਲੋਰੋਫਾਰਮ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਦੈਟ ਇਜ਼ CHCl3, ਦੈਟ ਇਜ਼ ਦਿਸ ਇਜ਼ ਦਾ ਕਰੈਕਟ ਆਂਸਰ। ਜੇ ਤੁਸੀਂ ਕਲੋਰਲ ਦਾ ਫਾਰਮੂਲਾ ਜਾਣਨਾ ਹੈ ਤਾਂ ਕਲੋਰਲ ਦਾ ਫਾਰਮੂਲਾ ਹੁੰਦਾ ਹੈ CCl3CHO ਠੀਕ ਹੈ ਜੀ, ਦਿਸ ਇਜ਼ ਫਾਰਮੂਲਾ ਫॉर ਕਲੋਰਲ ਐਂਡ ਇਹ ਜਿਹੜਾ ਫਾਰਮੂਲਾ ਦਿਸ ਇਜ਼ ਆਫ ਕਲੋਰੋਫਾਰਮ। ਤਾਂ ਕਲੋਰਲ ਤੋਂ ਜੇਕਰ ਉਹਨੂੰ ਬੋਇਲ ਕਰਦੇ ਹਾਂ ਅਸੀਂ ਤਾਂ ਕੀ ਬਣਦਾ ਹੈਗਾ, ਕਲੋਰੋਫਾਰਮ ਬਣਦੀ ਹੈ। ਨੈਕਸਟ ਦੇਖੋ, ਕਲੋਰੋਫਾਰਮ ਕੈਨ ਬੀ ਓਬਟੇਨਡ ਫਰੋਮ, ਕਲੋਰੋਫਾਰਮ ਕਹਿੰਦੇ ਕਿੱਥੋਂ ਓਬਟੇਨ ਹੁੰਦੀ ਹੈ। ਸੋ ਇਹਦਾ ਆਂਸਰ ਆ ਜਾਏਗਾ ਦੈਟ ਇਜ਼ ਪ੍ਰੋਪੇਨੋਲ ਤੋਂ। ਕਿੱਥੋਂ ਓਬਟੇਨ ਹੁੰਦੀ ਹੈ, ਪ੍ਰੋਪੇਨੋਲ 2 ਤੋਂ, ਪ੍ਰੋਪੇਨੋਲ 2 ਤੋਂ ਵੀ ਓਬਟੇਨ ਹੋ ਜਾਂਦੀ ਹੈ। ਕਲੋਰੀਨ ਰਿਐਕਟਸ ਵਿਦ ਇਥੇਨੋਲ ਟੂ ਗਿਵ, ਜੇਕਰ ਕਲੋਰੀਨ ਨੂੰ ਅਸੀਂ ਇਥੇਨੋਲ ਦੇ ਨਾਲ ਰਿਐਕਟ ਕਰਵਾਈਏ ਤਾਂ ਕੀ ਬਣਦਾ ਹੈ ਓਕੇ। ਇਹਦਾ ਜਿਹੜਾ ਕਰੈਕਟ ਆਂਸਰ ਹੈ ਦੈਟ ਇਜ਼, ਇਹਦਾ ਕਰੈਕਟ ਆਂਸਰ ਆ ਜਾਏਗਾ ਦੈਟ ਇਜ਼ ਕਲੋਰਲ। ਕਲੋਰੀਨ ਨੂੰ ਰਿਐਕਟ ਕਰਾਉਣ ਦੇ ਨਾਲ ਜੇਕਰ ਅਸੀਂ ਇਥੇਨੋਲ ਦੇ ਨਾਲ ਰਿਐਕਟ ਕਰਾਉਂਦੇ ਹਾਂ ਤਾਂ ਕਲੋਰਲ ਜਿਹੜੀ ਹੈ ਫਾਰਮ ਹੁੰਦੀ ਹੈ। ਨੈਕਸਟ ਕੁਐਸਚਨ ਹੈ 27, on heating diethyl ether with concentration HI 2 moles of which of the following is formed। 27 ਦਾ ਜੋ ਆਂਸਰ ਆਏਗਾ ਦੈਟ ਇਜ਼ C, ਇਥਾਈਲ ਆਇਓਡਾਈਡ ਓਕੇ। ਰਿਐਕਸ਼ਨ ਤੁਸੀਂ ਲਰਨ ਕਰ ਸਕਦੇ ਹੋ। ਨੈਕਸਟ ਦੇਖੋ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹਦੇ ਵਿੱਚ ਕੀ ਹੈ, ਲਿਊਕਸ ਰੀਏਜੈਂਟ ਕੀ ਹੁੰਦਾ ਹੈ। ਲਿਊਕਸ ਰੀਏਜੈਂਟ ਹੁੰਦਾ ਹੈ, ਇਹਦਾ ਕਰੈਕਟ ਆਂਸਰ ਰਹੇਗਾ ਦੈਟ ਇਜ਼ 28 ਦਾ, ਦੈਟ ਇਜ਼ A ਠੀਕ ਹੈ ਜੀ। ਇਹ ਹੁੰਦਾ ਲਿਊਕਸ, ਇਹ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਲਿਊਕਸ ਰੀਏਜੈਂਟ ਇਜ਼ ਕੰਸਨਟ੍ਰੇਟਡ HCl plus anhydrous zinc chloride ਓਕੇ ਜੀ। ਨੈਕਸਟ ਦੇਖੋ 29th ਕੁਐਸਚਨ ਕੀ ਹੈ, ਵਿਚ ਕੰਪਾਊਂਡ ਡਜ਼ ਨਾਟ ਫਾਰਮ ਆਈਡੋਫਾਰਮ ਵਿਦ ਐਲਕਲੀ ਐਂਡ ਆਇਓਡੀਨ। ਕਿਹੜਾ ਕੰਪਾਊਂਡ ਹੈ ਜਿਹੜਾ ਆਈਡੋਫਾਰਮ ਜਿਹੜਾ ਹੈ ਨਹੀਂ ਬਣਾਉਂਦਾ ਅਲਕਲੀ ਤੇ ਆਇਓਡੀਨ ਦੇ ਨਾਲ।
29th ਦਾ ਕਰੈਕਟ ਆंसर है दैट इज डाई इथाइल कीटोन। ठीक है ना, अल्कोहल, ओल, एसीटोन ये सब बनाते हैं, बट जो कीटोनिक ग्रुप है ये नहीं फॉर्म करता। ठीक है जी। नैक्सट क्वेश्चन देखो, नेक्स्ट क्वेश्चन है विच कंपाउंड गिव्स येलो पीपीटी विद आयोडीन एंड अल्कली। सो द करेक्ट आंसर की आएगा दैट इज इक्वल टू द बी एसीटोफिनोन। एसीटोफिनोन जो है वो की देगा येलो पीपीटी, येलो पीपीटी उसे दी दूगा दैट इज CH3 दी। ओके, सो एसीटोफिनोन ਇਹਦਾ आंसर आ जाएगा। एसीटोन रिएक्ट्स विद I2 इन द प्रेजेंस ऑफ NaOH2 फॉर्म। जेकर एसीटोन ਨੂੰ ਅਸੀਂ I2 ਦੇ ਨਾਲ ਰਿਐਕਟ ਕਰਾਉਂਦੇ ਆ ਕਿਹਦੀ ਪ੍ਰੈਜ਼ੈਂਸ ਦੇ ਵਿੱਚ, NaOH ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ ਕੀ ਬਣਦਾ ਹੈ। ਇਹ ਮੈਥਡ ਆਫ ਪ੍ਰੈਪਰੇਸ਼ਨ ਦੇ ਵਿੱਚ ਇਹ ਵੀ ਕਰਵਾਇਆ ਸੀ ਕੁਐਸਚਨ, ਤਾਂ CH3 ਉਹੀ ਯੈਲੋ ਕ੍ਰਿਸਟਲਸ ਵਾਲਾ। ਠੀਕ ਹੈ ਨਾ, ਯਾਦ ਹੋ ਗਿਆ ਹੋਊਗਾ CH3 ਤਾਂ। ਸੋ 32 ਦਾ ਜਿਹੜਾ ਆਂਸਰ ਆਏਗਾ दैट इज इथेनॉल इज कन्वर्टेड इनटू इथाइल क्लोराइड बाय रिएक्टिंग विद। इथेनॉल ਨੂੰ ਕਨਵਰਟ ਕੀਤਾ ਜਾ ਸਕਦਾ ਹੈ ਕਿਹਦੇ ਵਿੱਚ, ਇਥਾਈਲ ਕਲੋਰਾਈਡ। ਮਤਲਬ ਤੁਸੀਂ ਇਹ ਦੇਖ ਰਹੇ ਹੋ ਨਾ ਕਿ ਇਹ ਹੈ ਹੈਲੋ ਅਲਕੇਨ, ਹੈ ਨਾ, ਕੀ ਤੋਂ ਪ੍ਰਪੇਅਰ ਕਰ ਰਹੇ ਹੋ, ਅਲਕੋਹਲ ਤੋਂ। ਠੀਕ ਹੈ, ਜਦੋਂ ਅਸੀਂ ਅਲਕੋਹਲ ਤੋਂ ਹੈਲੋ ਅਲਕੇਨ ਨੂੰ ਪ੍ਰਪੇਅਰ ਕਰਦੇ ਹਾਂ ਤਾਂ ਉੱਥੇ ਕੀ ਯੂਜ਼ ਕਰਦੇ ਹਾਂ, ਕਿਹੜਾ ਰੀਏਜੈਂਟ ਜਾਂ ਕਿਹਦੇ ਨਾਲ ਰਿਐਕਟ ਕਰਾਉਣਾ ਪੈਂਦਾ ਸਾਨੂੰ। ਸੋ 32 ਦਾ ਬੀ ਆਂਸਰ ਹੈ दैट इज SOCl2। ਜੋ ਵੈਰੀ ਫਸਟ ਕੁਐਸਚਨ ਆਇਆ ਸੀ ਉੱਥੇ ਅਸੀਂ ਕੀ ਕਰਦੇ ਸੀ, ਅਲਕੋਹਲ ਤੋਂ ਜਾਂ ਇਥੇਨॉल ਤੋਂ ਅਸੀਂ ਕੀ ਪ੍ਰਪੇਅਰ ਕਰ ਰਹੇ ਸੀ, दैट इज ਇਥਾਈਲ ਕਲੋਰਾਈਡ। ਓਕੇ, ਸੋ ਵੈਰੀ ਸਿੰਪਲ, ਇਹਦੇ ਵਿੱਚ ਕੀ ਆਂਸਰ ਆ ਜਾਏਗਾ, SOCl2। ਨੈਕਸਟ ਹੈਗਾ C6H5Cl ਪ੍ਰਪੇਅਰਡ ਬਾय ਐਨੀਲੀਨ ਵਿਦ। ਇਹਦਾ ਆਂਸਰ ਕੀ ਆਏਗਾ, दैट इज ਇਹਦਾ ਆਂਸਰ ਰਹੇਗਾ डी। ओके, HNO2 एंड देन हीटेड विद कॉपर क्लोराइड। देखो क्यूपरस क्लोराइड है ये, दैट इज क्यूपरस क्लोराइड। देखो जो ये है ये की है, हैलोरीन। ओके, सैडमेयर रिएक्शन सी ना उदा ही है, दैट इज ये की है साडे कोल, दिस इज हैलोरीन। ओके, हैलोरीन जिहड़ी हैगी है ਜਦੋਂ ਤੁਸੀਂ ਇਹਨੂੰ ਰਿਐਕਟ ਕਰਵਾਓਗੇ ਇਹਦੇ ਵਿੱਚ ਕੀ ਐਡ ਕਰੋਗੇ, ਕਿਊਪਰਸ ਕਲੋਰਾਈਡ ਐਡ ਕਰੋਗੇ HCl ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ ਤੁਹਾਡੇ ਕੋਲ ਕਿਹਦੀ ਫਾਰਮੇਸ਼ਨ ਹੋਏਗੀ, दैट इज क्लोरोबेंजीन दी। ओके, क्लोरोबेंजीन जिहड़ा है तुहाडे कोले बनेगा। आ देखो क्लोरोबेंजीन इज प्रिपेयर्ड बाय एनिलीन विद। देखो मैं तुहानू कंप्लीट रिएक्शन ही लिख के दिखा दिंदी हाँ। ये है देखो दिस इज एनिलीन। ओके, ये है एनिलीन। एनिलीन दे विच असीं की ऐड कीता, HNO2 ऐड किया। ठीक है, HNO2 ऐड करन तो बाद जो उस तो बाद प्रोडक्ट बनेगा वो तुहाडे कोले बनेगा दैट इज NCl। ठीक है, उस तो बाद तुसी ऐड करोगे क्यूपरस क्लोराइड एंड HCl, फिर तुहाडे कोले जिहड़ा प्रोडक्ट जिहड़ा उन्हें पूछिया क्वेश्चन दे विच वो बन जाएगा। ओके, सो इसदा करैक्ट आंसर की रहेगा 33 का डी। मतलब तुहानू की ऐड करना पएगा, इन्होंने पूछा HNO2। नैक्सट क्वेश्चन देखो, दैट इज द स्टार्टिंग सबसटांस फॉर द प्रैपरेशन ऑफ CH3I इज। अगर तुसी जो है CH3I ਨੂੰ ਆਈਡੋ ਜੋ ਹੈ ਆਈਡੋਲਕੇਨ ਜੋ ਤੁਸੀਂ ਪ੍ਰਪੇਅਰ ਕਰਨਾ ਹੈ ਤਾਂ ਤੁਸੀਂ ਤੁਹਾਨੂੰ ਸਟਾਰਟਿੰਗ ਪ੍ਰੋਡਕਟ ਕੀ ਲੈਣਾ ਪਊਗਾ। 34th ਦਾ ਇਹਨਾਂ ਨੇ ਪੁੱਛਿਆ ਕਿ ਕੀ ਲੈਣਾ ਪਊਗਾ। ਦੇਖੋ ਇਹਦੇ ਵਿੱਚ ਹੈ ਐਲਡੀਹਾਈਡ ਗਰੁੱਪ, ਹੈ ਨਾ, दैट इज C2H5OH, ਦਿਸ ਇਜ਼ ਇਥੇਨॉल। ਇਹ ਹੈਗਾ CO ਵਾਲਾ ਗਰੁੱਪ ਹੋ ਗਿਆ, मीनस कीटोनिक ग्रुप हो गया। बट असी तो हैलोअल्केन प्रिपेयर करना है। हैलोअल्केन दे विच असी स्टार्टिंग सबसटांस की लै सकते हैं, दैट इज CH3OH, जिहड़ा वेरी फस्ट ते जिहड़ी हैगी ये रिएक्शन प्रैपरेशन मैथड दे विच आउंदी है। सो अल्कोहल्स तो प्रिपेयर कर सकते हैं। 35 जो है दैट इज अ ग्रिगनार्ड्स रिएजेंट मे बी मेड बाय रिएक्टिंग मैगनीशियम विद। ग्रिगनार्ड रिएजेंट प्रिपेयर करना है तुसी। ग्रिगनार्ड रिएजेंट ਨੂੰ ਕਿੱਦਾਂ ਪ੍ਰਪੇਅਰ ਕੀਤਾ ਜਾਊਗਾ ਕਿ ਮੈਗਨੀਸ਼ੀਅਮ ਨੂੰ ਕਿਹਦੇ ਨਾਲ ਰਿਐਕਟ ਕਰਾਉਣਾ ਪਏਗਾ, दैट इज 35 ਦਾ ਸੀ ਆਂਸਰ। ਠੀਕ ਹੈ ਜੀ, ਇਥਾਈਲ ਆਇਓਡਾਈਡ ਦੇ ਨਾਲ ਤੁਸੀਂ ਰਿਐਕਟ ਕਰਵਾਓਗੇ, दैट इज ਕੀ ਹੁੰਦਾ ਫਾਰਮੂਲਾ C2H5I प्लस मैगनीशियम gives that is equal to in the presence of dry ether की आऊगा, that is C2H5 magnesium I। okay, this is Grignard reagent। C2H5 magnesium I is the Grignard reagent and Grignard reagent जो है may be made by reacting magnesium with किहदे नाल react कराया सी इहनूं। 35 ਦਾ किन्ना आंसर आ जाऊगा, that is C ethyl iodide। नैक्सट देखो 36th क्वेश्चन है, विच ऑफ द फॉलोइंग इज रिस्पॉन्सिबल फॉर आइडोफॉर्म रिएक्शन।
ਇਹਦੇ ਵਿੱਚੋਂ ਆਈਡੋਫਾਰਮ ਰਿਐਕਸ਼ਨ ਕਰਵਾਉਣ ਲਈ ਕੌਣ ਰਿਸਪੌਂਸੀਬਲ ਹੁੰਦਾ ਹੈ? 36 ਦਾ ਕਰੈਕਟ ਆਂਸਰ ਹੈ ਦੈਟ ਇਜ਼ ਇਥੇਨॉल। ਓਕੇ, ਸੋ ਉਸ ਤੋਂ ਬਾਅਦ ਜਿਹੜਾ 37 ਕੁਐਸਚਨ ਹੈ, 38, 39 ਐਂਡ 40th ਕੁਐਸਚਨ ਹੈ, ਤੁਸੀਂ ਖੁਦ ਜਿਹੜਾ ਹੈ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਆਂਸਰ ਦੇਣੇ ਨੇ, ਠੀਕ ਹੈ ਨਾ। ਇਹ MCQs ਨੂੰ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਜ਼ਰੂਰ ਜੋ ਹੈ ਵੀਡੀਓ ਦੇਖੋ ਪ੍ਰੈਪਰੇਸ਼ਨ ਵਾਲੀ, ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ, ਫਿਰ ਤੁਹਾਨੂੰ ਇਹ ਸਾਰੇ MCQs ਜਿਹੜੇ ਨੇ ਬਿਲਕੁਲ ਹੀ ਈਜ਼ੀ ਲੱਗਣਗੇ, ਠੀਕ ਹੈ ਨਾ। ਕਿਉਂਕਿ ਹੁਣ ਜਿਹੜੀਆਂ ਉਹ ਰਿਐਕਸ਼ਨਸ ਨੇ ਮੈਂ ਆਲਰੇਡੀ ਥਿਊਰੀ ਦੇ ਵਿੱਚ ਕਰਵਾ ਚੁੱਕੀ ਹਾਂ, ਸੋ ਇਹ ਮੇਨ MCQ ਨੇ, ਜਸਟ ਇਹਨਾਂ ਦੀ ਪ੍ਰੈਕਟਿਸ ਕਰੋ। ਓਕੇ, 38 39 ਕੁਐਸਚਨ ਦੇਖ ਲਓ, ਠੀਕ ਹੈ, 40th ਕੁਐਸਚਨ ਦੇਖ ਲਓ, ਓਕੇ, 41 42 ਵੀ ਆ ਰਿਹਾ, 43 ਵੀ ਹੈ, 44 ਵੀ ਹੈ, ਠੀਕ ਹੈ, ਅੱਗੇ 20 ਕੁਐਸਚਨਸ ਹੈਗੇ ਨੇ। ਸੋ ਇਹ ਸਾਰੇ ਕੁਐਸਚਨ ਜਿਹੜੇ ਨੇ 44 43 ਸਾਰੇ ਤੁਸੀਂ ਮੈਨੂੰ ਸਾਰੇ ਇੰਪੋਰਟੈਂਟ ਨੇ, ਠੀਕ ਹੈ ਨਾ, ਕਮੈਂਟ ਬਾਕਸ ਦੇ ਵਿੱਚ ਸੈਂਡ ਕਰ ਦਿਓ, ਠੀਕ ਹੈ, ਮੈਂ ਤੁਹਾਨੂੰ ਉਹਨਾਂ ਦੇ ਰਿਪਲਾਈ ਕਰ ਦਾਂਗੀ ਵੀ ਕਰੈਕਟ ਨੇ ਜਾਂ ਨਹੀਂ ਹੈਗੇ ਕਰੈਕਟ। ਓਕੇ, ਮੈਕਸੀਮਮ ਨੰਬਰ ਆਫ ਕੁਐਸਚਨਸ ਜਿਹੜੇ ਨੇ ਮੈਂ ਤੁਹਾਡੇ ਲਈ ਲੈ ਕੇ ਆ ਰਹੀ ਹਾਂ, ਈਚ ਐਂਡ ਐਵਰੀ ਟੋਪਿਕ ਦੇ ਮੈਕਸੀਮਮ ਕੁਐਸਚਨਸ, ਓਕੇ, ਨਾਟ ਫॉर ਚੈਪਟਰ, ਠੀਕ ਹੈ, ਈਚ ਐਂਡ ਐਵਰੀ ਟੋਪਿਕ ਵਿਲ ਬੀ ਕਵਰਡ, ਠੀਕ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਠੀਕ ਹੈ, ਕਮੈਂਟ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਡੀਅਰ ਨੀਅਰਸ ਨਾਲ, ਤੇ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਦਿਓ। ਓਕੇ, ਚਲੋ ਜੀ, ਠੀਕ ਹੈ ਜੀ, ਬੈਸਟ ਆਫ ਲੱਕ, ਬੈਸਟ ਆਫ ਲੱਕ, ਥੈਂਕ ਯੂ, ਥੈਂਕ ਯੂ, ਥੈਂਕ ਯੂ ਅਲਾਟ।